ਅੱਜ ਦਾ ਵਿਚਾਰ ਪ੍ਰੋਗਰਾਮ 'ਚ ਤੁਹਾਡਾ ਸਭ ਦਾ ਸਵਾਗਤ ਹੈ। ਸਤਿ ਸ੍ਰੀ ਅਕਾਲ, ਨਮਸਕਾਰ। ਮੈਂ ਹਾਂ ਬਲਬੀਰ ਜੰਡੂ ਤੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਤੇ ਮੇਰੇ ਸਹਿਯੋਗੀ ਬਲਵਿੰਦਰ ਜੰਮੂ ਜੀ ਤੇ ਦੂਸਰੇ ਸਾਡੇ ਵਿਸ਼ੇਸ਼ ਮਹਿਮਾਨ ਨੇ ਇਹ ਹਰਚੰਦ ਸਿੰਘ ਬਾਟ, ਸੀਨੀਅਰ ਐਡਵੋਕੇਟ, ਪੰਜਾਬ ਐਂਡ ਹਰਿਆਣਾ ਹਾਈ ਕੋਰਟ। ਤੇ ਅੱਜ ਅਸੀਂ ਗੱਲ ਕਰਾਂਗੇ ਸਮੇਧ ਸਿੰਘ ਸੈਣੀ ਦੇ ਮੁਲਤਾਨੀ ਕੇਸ ਵਿੱਚ ਜਿਹੜੀਆਂ ਨਵੀਆਂ ਡਿਵੈਲਪਮੈਂਟਸ ਹੋ ਰਹੀਆਂ, ਅਦਾਲਤਾਂ ਦੇ ਵਿੱਚ ਨਵਾਂ ਕੀ ਕਾਰਵਾਈਆਂ ਹੋ ਰਹੀਆਂ ਔਰ ਕਿਸ ਤਰ੍ਹਾਂ ਉਹਨਾਂ ਤੋਂ ਮੋਹਾਲੀ ਦੇ ਮਟੌਰ ਥਾਣੇ ਦੇ ਵਿੱਚ ਇੱਕ ਪਾਸੇ ਪੁੱਛਗਿੱਛ ਹੋ ਰਹੀ ਹੈ ਔਰ ਦੂਸਰੇ ਪਾਸੇ ਉਹ ਸੁਪਰੀਮ ਕੋਰਟ ਵਿੱਚ ਆਪਣੀ ਪੱਕੀ ਜ਼ਮਾਨਤ ਲਈ ਗਏ ਹੋਏ ਹੈ ਤੇ ਸੁਪਰੀਮ ਕੋਰਟ ਨੇ ਸੁਣਵਾਈ ਕਰਕੇ ਉਹਦੇ ਤੇ ਫੈਸਲਾ ਆਪਣਾ ਜਿਹੜਾ ਰਾਖਵਾਂ ਰੱਖ ਲਿਆ। ਤੇ ਅਸੀਂ ਬਾਠ ਜੀ ਕੋਲੋਂ ਹੁਣੇ ਜਾਣਾਂਗੇ ਕਿ ਬਾਠ ਜੀ ਇਹ ਸਾਰੀ ਜਿਹੜੀ ਕਾਨੂੰਨੀ ਲੜਾਈ ਹੈ ਇਹ ਕਿਸ ਦਿਸ਼ਾ ਵੱਲ ਨੂੰ ਵੱਧ ਰਹੀ ਹੈ। ਜਿੰਨੂ ਸਾਹਿਬ ਤੁਸੀਂ ਬਿਲਕੁਲ ਠੀਕ ਕਿਹਾ ਵਾ ਜਿਹੜਾ ਕਿ ਇਹ ਹਾਲਾਤ ਹੁਣ ਕਿਸ ਪਾਸੇ ਵੱਲ ਨੂੰ ਜਿਹੜੀ ਆ ਇਹ ਜਾਣਗੇ ਸੈਣੀ ਦੇ ਇਸ਼ੂ ਦੇ ਉੱਤੇ। ਦੇਖੋ ਮੈਂ ਇਸੇ ਚੈਨਲ ਦੇ ਉੱਤੇ ਹੀ ਪਹਿਲਾਂ ਵੀ ਇਸ ਇਸ਼ੂ ਦੇ ਉੱਤੇ 2-4 ਵਾਰ ਗੱਲ ਕੀਤੀ ਹੈ ਔਰ ਮੈਂ ਉਸ ਵੇਲੇ ਵੀ ਇਹ ਕਿਹਾ ਸੀ ਕਿ ਜੇ ਇਸ ਬੰਦੇ ਨੂੰ ਜ਼ਮਾਨਤ ਜਿਹੜੀ ਨਹੀਂ ਮਿਲਦੀ ਤਾਂ ਇੱਕ ਬਹੁਤ ਰੇਅਰ ਟੂ ਰੇਅਰ ਜਿਹੜਾ ਐਕਟ ਹੋਊਗਾ। ਜਿੰਨਾ ਬੰਦਾ ਇਹ ਜਿਹੜਾ ਇਨਫਲੂਐਂਸ਼ੀਅਲ ਹੈ, ਜਿੰਨੀ ਇਹਦੀ ਪਹੁੰਚ ਹੈ, ਜਿੰਨੇ ਇਹਦੇ ਸੋਰਸ ਹੈ, ਇਸ ਕਰਕੇ ਅਸੀਂ ਉਦੋਂ ਵੀ ਕਿਹਾ ਸੀ ਔਰ ਜਿਹੜੀ ਗੱਲ ਹੈ ਉਸ ਬੰਨੇ ਵੱਲ ਨੂੰ ਜਿਹੜੀ ਜਾ ਰਹੀ ਹੈ, ਚਾਹੇ ਉਹਦਾ ਆਰਡਰ ਅਜੇ ਕਨਫਰਮ ਨਹੀਂ ਹੈ ਬੇਲ ਦਾ, ਪਰ ਜਦੋਂ ਜੱਜ ਸਾਹਿਬ ਨੇ ਸੁਣਵਾਈ ਦਿੱਤੀ ਹੈ ਤਾਂ ਅਸੀਂ ਉਹਨੂੰ ਲੀਗਲ ਟਰਮਸ ਕਹਿੰਦੇ ਹਾਂ ਕਿ ਜੱਜ ਸਾਹਿਬ ਨੇ ਆਪਦਾ ਮਾਈਂਡ ਦੇ ਦਿੱਤਾ ਲੀਗਲ ਟਰਮਸ ਕਿ ਉਹ ਕੀ ਕਰਨਗੇ ਅਲਟੀਮੇਟਲੀ, ਚਾਹੇ ਫੈਸਲਾ ਕੱਲ ਨੂੰ ਆਵੇ ਚਾਹੇ 10 ਦਿਨ ਬਾਅਦ ਆਵੇ। ਪਰ ਉਹ ਸਾਰੀ ਜਿਹੜੀ ਜਦੋਂ ਬਹਿਸ ਹੁੰਦੀ ਹੈ, ਜਦੋਂ ਆਰਗੂਮੈਂਟਸ ਹੁੰਦੇ ਆ ਦੋਨੋਂ ਪਾਸੇ, ਤਾਂ ਉਸ ਵੇਲੇ ਜਿਹੜੀਆਂ ਕੁਝ ਜੱਜ ਸਾਹਿਬ ਦੀਆਂ ਟਿੱਪਣੀਆਂ ਨੇ ਉਹ ਬੜੀਆਂ ਇੰਪੋਰਟੈਂਟ ਹੁੰਦੀਆਂ ਨੇ। ਫਿਰ ਉਹਨੂੰ ਅਸੀਂ ਬਿਟਵੀਨ ਦੀ ਲਾਈਨਸ ਜਿਹੜਾ ਵਾ ਉਹ ਕਹਿੰਦੇ ਆ ਕਿ ਇਹਨੂੰ ਪੜ੍ਹੀਏ ਅਸੀਂ ਕਿ ਉਹ ਕੀ ਕਹਿੰਦੇ ਨੇ ਔਰ ਉਹਨੂੰ ਅਲਟੀਮੇਟ ਅਸੀਂ ਕਾਨੂੰਨੀ ਸ਼ਬਦਾਵਲੀ ਦੇ ਵਿੱਚ ਕਹਿੰਦੇ ਆ ਕਿ ਜੱਜ ਸਾਹਿਬ ਨੇ ਆਪਣਾ ਮਾਈਂਡ ਜਿਹੜਾ ਉਹ ਦੇ ਦਿੱਤਾ। ਇਸ ਕੇਸ ਦੇ ਵਿੱਚ ਸੁਪਰੀਮ ਕੋਰਟ ਦੇ ਜੱਜ ਸਾਹਿਬ ਨੇ ਜਿਹੜੇ ਬੈਂਚ ਨੇ ਸੁਣਿਆ ਉਹਨਾਂ ਨੇ ਆਪਣਾ ਮਾਈਂਡ ਦੇ ਦਿੱਤਾ ਹੈ ਕਿ ਇਹਦੀ ਗ੍ਰਿਫਤਾਰੀ ਦੀ ਕੋਈ ਲੋੜ ਨਹੀਂ ਹੈ, ਕੋਈ ਬਹੁਤ ਵੱਡੀ ਜ਼ਰੂਰਤ ਨਹੀਂ ਹੈ, ਕਿਉਂਕਿ 29 ਸਾਲ ਪਹਿਲਾਂ ਦਾ ਜਿਹੜਾ ਕੇਸ ਹੋਇਆ, ਇਸ ਕਰਕੇ ਅੱਜ ਉਹਨੂੰ ਤੁਸੀਂ ਗ੍ਰਿਫਤਾਰ ਕਰਕੇ ਕੀ ਕਰੋਗੇ। ਹੁਣ ਸਵਾਲ ਪਿਛਲੇ ਸਮੇਂ ਤੋਂ ਬਹੁਤ ਸਾਰੀਆਂ ਜਿਹੜੀਆਂ ਸਾਡੀਆਂ ਉੱਚ ਅਦਾਲਤਾਂ ਉਹਨਾਂ ਦੇ ਵਿੱਚ ਆਉਂਦੇ ਰਹੇ ਆ, ਜਿਹੜਾ ਚਰਚਾ ਦਾ ਵਿਸ਼ਾ ਬਣਿਆ ਕਿ ਤੁਸੀਂ ਵੇਖੋ ਲਾ ਜਿਹੜਾ ਵਾ ਉਹ ਯੂਨੀਵਰਸਲ ਆ, ਸਾਰਿਆਂ ਲਈ ਲਾ ਜਿਹੜਾ ਵਾ ਕਾਨੂੰਨ ਹੈ ਸਾਰਿਆਂ ਲਈ ਬਰਾਬਰ ਹੈ, ਚਾਹੇ ਉਹ ਇੱਕ ਬਹੁਤ ਗਰੀਬ ਆਦਮੀ ਆ, ਭਿਖਾਰੀ ਹੈ, ਤੇ ਚਾਹੇ ਉਹ ਦੇਸ਼ ਦਾ ਸਭ ਤੋਂ ਉੱਚੇ ਅਹੁਦਿਆਂ ਦੇ ਉੱਤੇ ਜਾਂ ਦੇਸ਼ ਦਾ ਬਹੁਤ ਵੱਡਾ ਅਮੀਰ ਆਦਮੀ ਹੋਵੇ, ਟਾਟੇ ਬਿਰਲੇ ਹੋਣ, ਜੋ ਵੀ ਹੋਣ, ਉਹਦੇ ਬਰਾਬਰ ਹੈ। ਪਰ ਇਹ ਸਾਰੀ ਗੱਲ ਜਿਹੜੀ ਆ ਇਹ ਕਿਤਾਬਾਂ ਦੇ ਵਿੱਚ ਤਾਂ ਲਿਖੀ ਹੋਈ ਹੈ, ਸਿਧਾਂਤਕ ਤੌਰ ਤੇ ਤਾਂ ਠੀਕ ਹੈ, ਪਰ ਜਦੋਂ ਅਸੀਂ ਪ੍ਰੈਕਟੀਕਲ ਆਉਣੇ ਦੇ ਵਿੱਚ ਆਉਂਦੇ ਆ ਤਾਂ ਉਦੋਂ ਹਾਲਾਤ ਬਦਲ ਜਾਂਦੇ ਆ ਕਿ ਜਿਹੜਾ ਵਤੀਰਾ ਹੈ ਅਦਾਲਤਾਂ ਦਾ ਉਹ ਮੈਨ ਟੂ ਮੈਨ ਜਿਹੜਾ ਵਾ ਬਦਲਦਾ ਰਹਿੰਦਾ। ਪਿਛਲੇ ਸਮੇਂ 'ਚ ਅਸੀਂ ਕਈ ਕੇਸ ਜਿਹੜੇ ਆ ਇਹੋ ਜਿਹੇ ਵੇਖੇ ਆ ਜਿਨ੍ਹਾਂ ਦੇ ਵਿੱਚ ਰੀਸੈਂਟ ਜਿਹੜਾ ਵਾ ਉਹ ਅਰਨਬ ਗੋਸਵਾਮੀ ਦਾ ਕੇਸ ਹੈ ਕਿ 7 ਦਿਨ ਦੇ ਵਿੱਚ ਕਿਸ ਤਰੀਕੇ ਨਾਲ ਥੱਲਿਓਂ ਸੈਸ਼ਨ ਕੋਰਟ ਤੋਂ ਚੱਲ ਕੇ ਸੁਪਰੀਮ ਕੋਰਟ ਤੱਕ ਦਾ ਸਫ਼ਰ ਕਰਕੇ ਔਰ ਕੇਸ ਰਾਤੋਂ ਰਾਤ ਲੱਗ ਕੇ ਔਰ ਉਹ ਜਿਹੜਾ ਵਾ ਜੇਲ੍ਹ ਦੇ ਵਿੱਚੋਂ ਬਾਹਰ ਆਇਆ। ਔਰ ਦੂਜੇ ਪਾਸੇ ਨਾਲ ਹੀ ਕੇਸ ਚੱਲ ਰਿਹਾ ਵਾ ਵਰਵਰਾ ਰਾਓ, ਜਿਹੜਾ ਇੱਕ ਆਂਧਰਾ ਪ੍ਰਦੇਸ਼ ਦਾ ਬਹੁਤ ਵੱਡਾ ਕਵੀ ਹੈ ਔਰ 81 ਸਾਲ ਉਹਦੀ ਉਮਰ ਹੈ ਔਰ ਬਹੁਤ ਬਿਮਾਰੀਆਂ ਦਾ ਉਹ ਸ਼ਿਕਾਰ ਬਣਿਆ ਹੋਇਆ ਔਰ ਉਹਦਾ ਵੇਖੋ ਕਿੰਨੇ ਚਿਰ ਤੋਂ ਉਹ 2 ਸਾਲ ਤੋਂ ਅੰਦਰ ਬੈਠਾ ਹੈ ਔਰ ਸਿਰਫ ਇਹੀ ਗੱਲ ਕਰ ਰਹੇ ਆ ਕਿ ਭਾਈ ਇਹਨੂੰ ਤੁਸੀਂ ਹਸਪੀਟਲ ਭੇਜ ਦਿਓ। ਉਹਨੂੰ ਹਸਪੀਟਲ ਭੇਜਣ ਤੇ ਵੀ ਇੰਨਾ ਸਮਾਂ ਲੱਗਾ ਕਿ ਅੱਜ ਜਿਹੜਾ ਵਾ ਆਖਰ ਦੇ ਵਿੱਚ ਜੱਜ ਸਾਹਿਬ ਜਿਹੜੇ ਬੰਬਈ ਦੇ ਸੀ ਉਹਨਾਂ ਕਿਹਾ ਕਿ ਇਹਨਾਂ ਨੂੰ ਤੁਸੀਂ ਜਿਹੜਾ ਵਾ ਉਹ 15 ਦਿਨ ਲਈ ਹਸਪਤਾਲ। ਮੈਂ ਉਸੇ ਤੇ ਆ ਰਿਹਾ, ਮੈਂ ਖਤਮ ਕਰ ਰਿਹਾ। ਇਹੀ ਹਾਲਤ ਇਸ ਕੇਸ ਦੇ ਵਿੱਚ ਸੈਣੀ ਦਾ ਵਾ। ਜੇ ਕੋਈ ਹੋਰ ਆਮ ਆਦਮੀ ਹੁੰਦਾ ਤੇ ਉਹਨੂੰ ਕਿੰਨੇ ਚਿਰ ਦਾ ਜੇਲ੍ਹ ਦੇ ਵਿੱਚ ਸੁੱਟਿਆ ਹੁੰਦਾ, ਪਰ ਇਹਦੀ ਜੇਲ੍ਹ ਦੇ ਵਿੱਚ ਜਾਣ ਦੀ ਕੋਈ ਸੰਭਾਵਨਾ ਨਹੀਂ। ਜਮੂ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ? ਇਸ ਕੇਸ ਬਾਰੇ ਜਿਹੜਾ ਇਹਨਾਂ ਨੇ ਉਹ ਪੱਤਰਕਾਰ ਦੀ ਗੱਲ ਕੀਤੀ ਹੈ, ਮਤਲਬ ਉਹਨੂੰ ਜਿਹੜੀ ਬੇਲ ਹਫਤੇ ਦੇ ਵਿੱਚ ਮਿਲ ਗਈ ਜੀ। ਇੱਕ ਬੰਦਾ, ਇੱਕ ਪੱਤਰਕਾਰ ਹੋਰ ਜਿਹੜਾ ਕੇਰਲਾ ਤੋਂ ਆਇਆ, ਜਿਹੜਾ ਹਾਥਰਸ ਦੀ ਉਹ ਕੇਸ ਦੀ ਸਟੱਡੀ ਕਰਨ ਗਿਆ ਸੀਗਾ, ਜਿਹੜਾ ਰੇਪ ਕੇਸ ਦਾ ਸੀਗਾ, UAPA ਦੇ ਅੰਡਰ ਯੂਪੀ ਸਰਕਾਰ ਨੇ ਅਰੈਸਟ ਕਰ ਲਿਆ। ਉਹਦੀ ਕੋਈ ਸੁਣਵਾਈ ਨਹੀਂ ਹੋ ਰਹੀ। ਉਹਨੂੰ ਸੁਪਰੀਮ ਕੋਰਟ ਨੇ ਵੀ ਸੁਣਿਆ ਤੇ ਉਹ ਤੋਂ ਬਾਅਦ ਕਿਹਾ ਹੇਠਲੀਆਂ ਕੋਰਟਾਂ ਦੇ ਵਿੱਚ ਜਾਓ। ਹੁਣ ਜਦੋਂ ਪ੍ਰੈਸ਼ਰ ਪਿਆ ਦੁਬਾਰਾ ਉਹਦੀ ਸੁਣਵਾਈ ਜਿਹੜੀ ਸੁਪਰੀਮ ਕੋਰਟ ਨੇ ਕਰਨੀ ਹੈ। ਮਤਲਬ ਇੱਕ ਸਿਮਿਲਰ ਇਹ ਡਿਫਰੈਂਟ ਕੇਸ ਹੈ। ਮਤਲਬ ਸੁਪਰੀਮ ਕੋਰਟ ਕੋਲ ਦੋਨੇ ਮਾਮਲੇ ਗਏ, ਸੁਪਰੀਮ ਕੋਰਟ ਨੇ ਪਹਿਲਾਂ ਹੇਠਲੀਆਂ। ਜੇ ਇਹੀ ਗੱਲ ਅਰਨਬ ਗੋਸਵਾਮੀ ਦੇ ਮਾਮਲੇ 'ਚ ਵੀ ਕੀਤੀ ਜਾਣੀ ਚਾਹੀਦੀ ਸੀ, ਜਾਂ ਫਿਰ ਜਿਹੜਾ ਹਾਥਰਸ ਵਾਲਾ ਕੇਸ ਹੈ, ਜਿਹੜਾ ਕੇਰਲਾ ਦਾ ਜਰਨਲਿਸਟ ਹੈ, ਜਿਹੜਾ ਕੇਰਲਾ ਜਰਨਲਿਸਟ ਯੂਨੀਅਨ ਨੇ ਆਪਣੀ ਪਟੀਸ਼ਨ ਪਾਈ ਉਹਦੇ ਤੇ ਵੀ ਫੈਸਲਾ ਹੋਣਾ ਚਾਹੀਦਾ ਹੈ। ਇਵੇਂ
ਸਿਮਿਲਰ ਗਰਾਊਂਡ ਜਿਹੜੀ ਆ ਸਟੈਨ ਸਵਾਮੀ ਦਾ ਜਿਹੜਾ ਝਾਰਖੰਡ ਵਾਲਾ ਕੇਸ ਹੈ, ਉਹ ਕਦੇ ਭੀਮਾ ਕੋਰੇਗਮ ਨਹੀਂ ਗਿਆ, ਨਾ ਹੀ ਉਹਦਾ ਕੋਈ ਰਿਲੇਸ਼ਨ ਲੱਭਾ। ਮਤਲਬ 83 ਸਾਲ ਦਾ, ਮਤਲਬ ਉਹਨੇ ਸਦਾ ਹੀ ਜਿਹੜਾ ਜ਼ਿੰਦਗੀ ਦੇ ਵਿੱਚ ਆਦੀਵਾਸੀ ਲੋਕਾਂ ਦੀ ਸੇਵਾ ਕੀਤੀ, ਆਦੀਵਾਸੀ ਲੋਕਾਂ ਦੀ। ਕਦੇ ਉਹਨੇ ਜਿਹੜੀ ਦਰਖਤਾਂ ਦੀ ਕਟਾਈ ਦੇ ਖਿਲਾਫ ਮੋਰਚਾ ਲਾਇਆ, ਕਦੇ ਉਹਨੇ ਸੈਂਡ ਮਾਫੀਆ ਦੇ ਖਿਲਾਫ ਮੋਰਚਾ ਲਾਇਆ। ਲੋਕਾਂ ਦੇ ਹੱਕ ਦੇ ਵਿੱਚ ਉਹ ਸਦਾ ਨਿਤਰਿਆ, ਖਾਸ ਕਰਕੇ ਆਦੀਵਾਸੀਆਂ ਦੇ। ਉਹਨੂੰ ਵੀ ਚੁੱਕ ਕੇ ਜੇਲ੍ਹ ਸੁੱਟ ਦਿੱਤਾ। ਮਤਲਬ ਇਹ ਵੀ ਇਹਦੇ ਘਰੋਂ ਜੀ ਪੋਸਟਰ ਮਿਲੇ, ਉਹ ਕਿਵੇਂ ਮਿਲੇ, ਕੀ ਮਿਲਿਆ, ਨਹੀਂ ਮਿਲਿਆ। ਮਤਲਬ ਇਹ ਸਾਡੇ ਦੇਸ਼ ਦੇ ਵਿੱਚ ਮਤਲਬ ਦੋ ਤਰ੍ਹਾਂ ਦਾ ਜਿਹੜਾ ਉਹ ਨਿਆਂ ਪ੍ਰਬੰਧ ਸੁਮੇਧ ਸੈਣੀ ਬਾਰੇ ਜੰਮੂ ਤੁਸੀਂ ਕੀ ਕਹਿਣਾ ਚਾਹੁੰਦੇ? ਇਹਦੇ ਚ ਸੁਮੇਧ ਸੈਣੀ ਦਾ ਮਤਲਬ ਸੁਪਰੀਮ ਕੋਰਟ ਦਾ ਇੱਕ ਫੈਸਲਾ ਜਿਹਦੇ ਵਿੱਚ ਇਹ ਕਿਹਾ ਗਿਆ ਵੀ ਜਿਹੜਾ ਕ੍ਰਾਈਮ ਹੈ ਜਿਹਨੇ ਕਮਿਟ ਕੀਤਾ ਉਹਦੇ ਵਿੱਚ ਸਾਲਾਂ ਦਾ ਵਕਫਾ ਕੋਈ ਮਾਇਨੇ ਨਹੀਂ ਰੱਖਦਾ, ਉਹ ਕ੍ਰਾਈਮ ਨੂੰ ਕ੍ਰਾਈਮ ਹੀ ਮੰਨਿਆ ਜਾਏਗਾ, ਜੁਰਮ। ਹਾਂ, ਜੋ ਮਤਲਬ ਇਹ ਫੈਸਲਾ ਆਇਆ। ਹੁਣ ਉਸ ਫੈਸਲੇ ਨੂੰ ਦੇਖੀਏ ਤਾਂ ਜਿਹੜੀ ਇਹਦੇ ਸੈਣੀ ਨੂੰ ਸੁਣਵਾਈ ਕਰਕੇ ਜਿੱਧਰ ਨੂੰ ਅਦਾਲਤ ਦਾ ਰੁਖ ਹੈ, ਜਿਹੜਾ ਬਾੜ ਸਾਹਿਬ ਨੇ ਕਿਹਾ, ਉਹ ਹੋਰ ਪਾਸੇ ਵੱਲ ਨੂੰ ਤੁਰ ਰਿਹਾ। ਕ੍ਰਾਈਮ ਜਿਹੜਾ ਉਹ ਕਹਿੰਦਾ ਵੀ ਇਹਨੇ ਕ੍ਰਾਈਮ ਕਮਿਟ ਕੀਤਾ, ਮਤਲਬ ਜਿਹੜਾ ਬਲਵੰਤ ਮਲਤਾਨੀ ਆ ਉਹਨੂੰ ਉਹਦੀ ਤਸੀਹੇ ਦੇਣ ਕਰਕੇ ਮੌਤ ਹੋਈ ਆ, ਫਿਰ ਉਹਦੀ ਬਾਡੀ ਕਿੱਥੇ ਡਿਸਪੋਜ਼ ਆਫ ਕੀਤੀ ਗਈ, ਬਹੁਤ ਸਾਰੇ ਸਵਾਲ ਨੇ। ਮਤਲਬ ਉਹ ਸਾਰਾ ਮਾਮਲਾ ਹੈਗਾ ਤੇ ਇਹੀ ਨਿਆਂਪਾਲਿਕਾ ਦੇ ਸਾਹਮਣੇ ਆ। ਠੀਕ ਆ, ਉਹਦਾ ਕੇਸ ਬਹੁਤ ਦੇਰ ਬਾਅਦ ਦਰਜ ਕੀਤਾ ਗਿਆ, ਪਰ ਉਹਦੇ ਜਿਹੜੇ ਪੇਰੈਂਟਸ ਆ, ਜਿਹੜੇ ਉਹਨਾਂ ਨਾਲ ਜਾਂ ਜਿਹੜਾ ਉਹਦਾ ਪਰਿਵਾਰ ਆ, ਉਹਨੂੰ ਇਨਸਾਫ ਤਾਂ ਮਿਲਣਾ ਚਾਹੀਦਾ। ਜੰਮੂ ਸੁਪਰੀਮ ਕੋਰਟ ਨੇ ਕਿਹਾ ਸੀਗਾ ਕਿ ਉਹਦੇ ਦੁਬਾਰਾ ਵੀ ਇਹਦੀ ਜਾਂਚ ਹੋ ਸਕਦੀ ਹੈ। ਬਿਲਕੁਲ ਉਸੇ ਤਹਿਤ ਹੀ ਉਹ ਕੇਸ ਦਰਜ ਹੋਇਆ ਨਾ। ਉਹ ਦੂਜਾ ਪੰਜਾਬ ਸਰਕਾਰ ਹੈ ਜਿਹਨਾਂ ਕੇਸ ਦਾ ਦਰਜ ਕਰ ਲਿਆ, ਪਰ ਜਦੋਂ ਸੈਣੀ ਨੂੰ ਫੜਨ ਦਾ ਮਾਮਲਾ ਆਇਆ ਨਹੀਂ ਫੜਿਆ। ਸੈਣੀ ਇੱਥੇ ਘੁੰਮਦਾ ਰਿਹਾ, ਪਹਿਲਾਂ ਕੇਸ ਦਰਜ ਕੀਤਾ ਗਿਆ, ਉਹ ਹਿਮਾਚਲ ਗਿਆ, ਹਿਮਾਚਲ ਤੋਂ ਵਾਪਸ ਆ ਗਿਆ, ਫਿਰ ਉਹ ਦਿੱਲੀ ਚਲੇ ਗਿਆ ਜਾਂ ਕਿਤੇ ਹੋਰ ਚਲੇ ਗਿਆ, ਫਿਰ ਹਾਈ ਕੋਰਟ ਤੋਂ ਮਤਲਬ ਰਾਹਤ ਮਿਲ ਗਈ। ਨਹੀਂ, ਹਾਈ ਕੋਰਟ ਤੋਂ ਰਿਜੈਕਟ ਹੋਈ, ਬੇਲ ਰਿਜੈਕਟ ਹੋ ਗਈ। ਫਿਰ ਉਹਨੂੰ ਸੁਪਰੀਮ ਕੋਰਟ 'ਚ ਬੇਲ ਮਿਲਣ 'ਚ ਟਾਈਮ ਲੱਗਾ। ਸੁਪਰੀਮ ਕੋਰਟ ਨੇ ਇੰਟਰਮ ਸਟੇ ਦਿੱਤਾ, ਮਤਲਬ ਪਰਮਾਨੈਂਟ ਨਹੀਂ ਦਿੱਤਾ। ਇਸ ਸਮੇਂ ਦੌਰਾਨ ਉਹ ਕਿੱਥੇ ਰਿਹਾ, ਕਿਤੇ ਗਿਆ। ਮਤਲਬ ਜੇ ਕੋਈ ਆਮ ਆਦਮੀ ਹੁੰਦਾ ਤੇ ਜਿੱਥੇ ਜਿੱਥੇ ਗਿਆ ਸੀ ਉਹ ਸਾਰੇ ਚੁੱਕ ਕੇ ਪੁਲਿਸ ਨੇ ਥਾਣੇ 'ਚ ਠੋਕ ਦੇਣੇ ਸੀਗੇ, ਉਹਨਾਂ ਦੀ ਔਰਤਾਂ ਸਮੇਤ ਫੜ ਲੈਣੇ ਸੀ। ਪਰ ਇਸ ਕੇਸ ਦੇ ਵਿੱਚ ਪੁਲਿਸ ਜਿਹੜੀ ਹੈ, ਪੰਜਾਬ ਪੁਲਿਸ, ਉਹ ਟਸ ਤੋਂ ਮਸ ਨਹੀਂ ਹੋਈ। ਬਾੜ ਜੀ, ਜਿਸ ਤਰ੍ਹਾਂ ਉਹਨਾਂ ਦੇ ਨਾਲ ਦੇ ਸੁਮੇਧ ਸਿੰਘ ਸੈਣੀ, ਉਦੋਂ ਜਿਹੜੇ ਇੰਸਪੈਕਟਰ ਸੀ ਉਹਨਾਂ ਦੇ ਨਾਲ ਜਦੋਂ ਇਹ ਸਾਰਾ ਕੁਝ ਘਟਨਾ ਵਾਪਰੀ, ਔਰ ਜਿਨ੍ਹਾਂ ਨੇ ਜਿਹੜੇ ਮੋਹਾਲੀ ਦੀ ਅਦਾਲਤ 'ਚ ਜਾ ਕੇ ਉਹ ਸਾਰਾ ਕੁਝ ਬਿਆਨ ਕੀਤਾ, ਕਿ ਉਸ ਦੇ ਬਾਵਜੂਦ ਵੀ ਇਹ ਸਾਰੀ ਸਥਿਤੀ ਜਿਹੜੀ ਜਿਸ ਪਾਸੇ ਨੂੰ ਤੁਸੀਂ ਜ਼ਿਕਰ ਕਰ ਰਹੇ ਹੋ ਗੱਲ ਦਾ ਹੋ ਸਕਦੀ ਹੈ, ਜਾਂ ਕੇਸ ਪੱਕੀ ਜ਼ਮਾਨਤ ਤੋਂ ਬਾਅਦ ਕਿਸ ਤਰ੍ਹਾਂ ਦੀ ਸਥਿਤੀ ਵੱਲ ਜਾਏਗਾ? ਜੰਡੂ ਸਾਹਿਬ, ਜਦੋਂ ਮੈਂ ਪਹਿਲਾਂ ਕਹਿ ਦਿੱਤਾ ਨਾ ਕਿ ਇੱਕ ਜਿਹੜੇ ਜੰਮੂ ਸਾਹਿਬ ਨੇ ਬੜੀ ਡਿਟੇਲ ਦੇ ਵਿੱਚ ਦੱਸਿਆ, ਇੱਕ ਜਦੋਂ ਅਪਰੋਚ ਬਣ ਗਈ ਹੈ ਸਾਡੇ ਸਾਰੇ ਸਿਸਟਮ ਦੀ ਕਿ ਅਸੀਂ ਜਿਹੜਾ ਵਾ ਇਹਨੂੰ ਹੱਥ ਨਹੀਂ ਪਾਉਣਾ, ਇਹਨਾਂ ਬਿਲਕੁਲ ਠੀਕ ਹੈ। ਇਸ ਸਮੇਂ ਦੇ ਦੌਰਾਨ ਉਹਨਾਂ ਨੂੰ ਕਿਹਨੇ ਸ਼ੈਲਟਰ ਦਿੱਤਾ, Z+ ਸਿਕਿਉਰਿਟੀ ਹੈ, ਉਹਨਾਂ ਦੇ ਵਿੱਚੋਂ ਕਿਵੇਂ ਨਿਕਲ ਗਿਆ? ਕੀ ਉਹਨਾਂ ਅਫਸਰਾਂ ਦੇ ਵਿੱਚ ਐਕਸ਼ਨ ਕਿਹਾ ਕਿ ਬੰਦਾ ਲਾਪਤਾ ਹੈ, ਤੁਹਾਡੀ ਜ਼ਿੰਮੇਵਾਰੀ ਹੈ ਇਸ ਬੰਦੇ ਦੀ ਸੁਰੱਖਿਆ ਕਰਨ ਦੀ, ਉਹਨੂੰ ਕੁਝ ਹੋ ਜੇ ਤੇ ਕੌਣ ਜ਼ਿੰਮੇਵਾਰ ਆ? ਕੀ ਉਹਨਾਂ ਤੇ ਕੋਈ ਐਕਸ਼ਨ ਹੋਇਆ? ਉਸ ਤੋਂ ਬਾਅਦ ਜਿਹੜੀ ਤੁਸੀਂ ਬਿਲਕੁਲ ਸਹੀ ਗੱਲ ਕੀਤੀ ਹੈ, ਜਿਹੜੇ ਇਹਦੇ ਜੂਨੀਅਰ ਆਫੀਸਰ ਸੀ, ਜਿਹੜੇ ਉਸ ਵੇਲੇ ਜੋ ਘਟਨਾ ਹੋਈ ਉਸ ਵੇਲੇ 17 ਸੈਕਟਰ ਦੇ ਥਾਣੇ ਦੇ ਵਿੱਚ ਮੌਜੂਦ ਸੀ, ਉਹਨਾਂ ਦੇ ਸਾਹਮਣੇ ਸਾਰਾ ਕੁਝ ਜਿਹੜਾ ਚਸ਼ਮਦੀਦ ਗਵਾਹ ਤੁਸੀਂ ਕਹਿੰਦੇ ਬਿਲਕੁਲ ਠੀਕ ਗੱਲ ਆ, ਉਹ ਮੌਜੂਦ ਸੀ। ਉਹਨਾਂ ਨੇ ਆਪਦੇ ਬਿਆਨ ਮੋਹਾਲੀ ਦੀ ਕੋਰਟ ਦੇ ਵਿੱਚ ਜੱਜ ਸਾਹਿਬ ਦੇ ਸਾਹਮਣੇ, ਜਿਹਨੂੰ ਅਸੀਂ ਜਿਹੜਾ 164 ਦੇ ਬਿਆਨ ਕਹਿੰਦੇ ਆ ਕ੍ਰਿਮੀਨਲ ਪ੍ਰੋਸੀਜਰ ਕੋਡ ਦੇ, ਜਿਹਦੇ ਵਿੱਚ ਹੈ ਕਿ ਜੱਜ ਦੇ ਸਾਹਮਣੇ ਇੱਕ ਵਾਅਦਾ ਮਾਫ ਗਵਾਹ ਬਣਨਾ ਔਰ ਸਹੁੰ ਖਾ ਕੇ ਬਿਆਨ ਦੇਣਾ ਕਿ ਦੇਖੋ ਮੈਂ ਸੱਚੀ ਗੱਲ ਜਿਹੜੀ ਆ ਉਹ ਦੱਸ ਦੇਣਾ ਵਾ, ਪਰ ਇੰਜ ਕਰੋ ਵੀ ਮੈਨੂੰ ਮੇਰਾ ਬਚਾਅ ਕਰ ਦਿਓ, ਮੈਨੂੰ ਜੇਲ੍ਹ 'ਚ ਨਾ ਸੁੱਟਿਓ, ਨਾ ਮੈਨੂੰ ਕੋਈ ਸਜ਼ਾ ਹੋਵੇ। ਉਹਨਾਂ ਨੇ ਬਿਆਨ ਦਿੱਤੇ ਉੱਥੇ ਜਾ ਕੇ, ਜਿਹਦੇ ਵਿੱਚ ਬਿਲਕੁਲ ਕਿਹਾ ਕਿ ਇਹ ਜੋ ਘਟਨਾਵਾਂ ਹੋਈਆਂ, ਜੋ ਦੋਸ਼ ਲੱਗੇ ਆ, ਉਹ ਬਿਲਕੁਲ ਸਹੀ ਦੋਸ਼ ਜਿਹੜੇ ਆ ਉਹ ਲੱਗੇ ਆ। ਪਰ ਇਸ ਦੇ ਬਾਵਜੂਦ ਵੀ ਜਦੋਂ ਕੋਈ ਨਾ ਅਦਾਲਤ ਸੁਣਨ ਵਾਲੀ ਹੋਵੇ, ਨਾ ਜਿਹੜੇ ਆ ਪੁਲਿਸ ਪ੍ਰਸ਼ਾਸਨ ਉਹਦੇ ਤੇ ਐਕਸ਼ਨ ਲੈਣ ਵਾਲਾ ਹੋਵੇ, ਤਾਂ ਫਿਰ ਮੈਂ ਉਹੀ ਗੱਲ ਕਹਾਂਗਾ ਕਿ ਜਿਹੜੀ ਮੈਂ ਬਹੁਤ ਚਿਰ ਪਹਿਲਾਂ ਕਹੀ ਸੀ, ਅੱਜ ਫਿਰ ਦੁਹਰਾਉਣਾ ਕਿ ਕਾਨੂੰਨ ਜਿਹੜਾ ਵਾ ਉਹ ਦੋ ਤਰ੍ਹਾਂ ਦਾ, ਇੱਕ ਗਰੀਬ ਲੋਕਾਂ ਲਈ, ਪ੍ਰਭਾਵਸ਼ਾਲੀ ਵਿਅਕਤੀਆਂ ਲਈ, ਅਮੀਰਾਂ ਲਈ, ਇੱਕ ਆਮ ਆਦਮੀ ਲਈ ਵੱਖਰਾ। ਪ੍ਰੈਕਟਿਸ ਦੇ ਵਿੱਚ ਚਾਹੇ ਲਾ ਬੁੱਕਸ ਦੇ ਵਿੱਚ ਜਿਹੜਾ ਵਾ ਕੋਈ ਫਰਕ ਨਹੀਂ ਹੈ। ਔਰ ਇਹ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜਾ ਇਹ ਲੱਗਦਾ ਕਿ ਇਹ ਹਾਲਾਤ ਜਿਹੜੇ ਆ ਵਧਣਗੇ, ਮੈਨੂੰ ਨਹੀਂ ਲੱਗਦਾ ਹੈ, ਕਿਉਂਕਿ ਦੇਖੋ ਅਸਲ ਤਾਂ ਬਾੜ ਜੀ ਫਿਰ ਇਹ ਹੈ ਕਿ ਚਿਹਰਾ ਵੇਖ ਕੇ ਕਾਨੂੰਨ ਕੰਮ ਕਰਦਾ। ਚਿਹਰਾ ਕੱਲਾ ਚਿਹਰਾ ਨਹੀਂ ਜੀ, ਚਿਹਰਾ ਦਾ ਬੜਾ ਸੁੰਦਰ ਜਿਹੜਾ ਹੋ ਸਕਦਾ ਵਾ, ਚਿਹਰੇ ਦੇ ਪਿੱਛੇ ਕੀ ਚੀਜ਼ਾਂ ਨੇ, ਉਹਦਾ ਪ੍ਰਭਾਵ ਕਿਤਨਾ ਨੇ ਬਿਊਰੋਕ੍ਰੇਸੀ ਦੇ ਵਿੱਚ ਤੇ ਉੱਪਰ ਤੱਕ, ਉਹਦਾ ਪੈਸਾ ਕਿੰਨਾ, ਕਿੱਡੇ ਵੱਡੇ ਵਕੀਲ ਜਿਹੜਾ ਵਾ ਉਹ ਕਰ ਸਕਦਾ ਹੈ, ਕਿੰਨਾ ਇਨਫਲੂਐਂਸ਼ੀਅਲ ਹੈ। ਅਰਨਬ ਗੋਸਵਾਮੀ ਦੀ ਬਿਲਕੁਲ ਜਿਹੜੀ ਆ ਉਹ ਸਹੀ ਗੱਲ ਦੱਸਦੀ। ਹੁਣ ਜੰਮੂ ਸਾਹਿਬ ਨੇ ਵੀ ਇਹ ਕਿਹਾ
ਕਿ ਜੇ ਤਾਂ ਅਰਨਬ ਗੋਸਵਾਮੀ ਆ ਤਾਂ ਸੁਪਰੀਮ ਕੋਰਟ ਦੇ ਜੱਜ ਸਾਹਿਬ ਜਿਹੜੇ ਕਹਿੰਦੇ ਆ ਕਿ ਨਹੀਂ, ਜਿਹੜੀ ਲਿਬਰਟੀ ਆ, ਜਿਹੜੀ ਇਨਸਾਨ ਦੀ ਲਿਬਰਟੀ ਹੈ, ਸਿਟੀਜ਼ਨ ਦੀ, ਵੈਰੀ ਇੰਪੋਰਟੈਂਟ ਆ, ਅਸੀਂ ਆਪਣੀਆਂ ਅੱਖਾਂ ਨਹੀਂ ਮੀਟ ਸਕਦੇ। ਇੱਕ ਕੇਸ ਹੋ ਗਿਆ, ਠੀਕ ਹੈ, ਵੈਰੀ ਵੈਲ, ਚਲੋ ਮੰਨ ਲਿਆ ਵੀ ਹਾਂ ਵੈਰੀ ਇੰਪੋਰਟੈਂਟ, ਰਿਲੀਜ਼ ਕਰਦਾ। ਪਰ ਉਹਦੇ ਨਾਲ ਦੀ ਨਾਲ ਤਾਂ ਉਹ ਦੂਸਰਾ ਬੰਦਾ ਜਿਹੜਾ ਕੇਰਲਾ ਵਾਲਾ ਵਿਚਾਰਾ, ਜਿਹੜਾ ਸਿਰਫ ਸਿੰਪਲੀ ਜਾ ਰਿਹਾ ਸੀ ਰਿਪੋਰਟ ਕਰਨ ਲਈ, ਉਹ ਜਿਹੜੀ ਘਟਨਾ ਹੋਈ ਸੀ ਜਿਹਦੇ ਵਿੱਚ ਰੇਪ ਹੋਇਆ ਤੇ ਉਸ ਤੋਂ ਬਾਅਦ ਉਹ ਲੜਕੀ ਜਿਹੜੀ ਹੈ ਉਹ ਮਾਰ ਦਿੱਤੀ ਗਈ, ਉਹ ਉਸ ਨੂੰ ਕਵਰ ਕਰਨ ਲਈ ਜਾ ਰਿਹਾ ਸੀ। ਤੇ ਜਦੋਂ ਉਹ ਆਇਆ ਸੁਪਰੀਮ ਕੋਰਟ 'ਚ, ਕਹਿੰਦੇ ਨਾ ਨਾ ਨਾ, ਆਰਟੀਕਲ 32 ਇਹਦਾ ਮਤਲਬ ਇਹ ਥੋੜਾ ਵੀ ਸੁਪਰੀਮ ਕੋਰਟ ਹੀ ਹੈਗੀ ਆ, ਲਿਬਰਟੀ ਲਈ ਹਾਈ ਕੋਰਟ ਵੀ ਬਰਾਬਰ ਹੈ। ਵੀ ਇੱਕ ਜਿਹੜਾ ਵਾ ਇੱਕ ਅੰਡਰਸਟੈਂਡਿੰਗ ਹੋਣੀ ਚਾਹੀਦੀ ਹੈ, ਇੱਕ ਲਾ ਹੋਵੇ ਜਿਹਦੇ ਵਿੱਚ ਸਾਰਿਆਂ ਲਈ ਬਰਾਬਰ ਹੋਵੇ। ਪਰ ਇੱਥੇ ਉਹ ਗੱਲ ਨਹੀਂ ਹੈ। ਜੰਮੂ ਸਾਹਿਬ ਨੇ ਬਿਲਕੁਲ ਠੀਕ ਕਿਹਾ ਕਿ ਕ੍ਰਿਮੀਨਲ ਲਾ ਦੇ ਵਿੱਚ ਕੋਈ ਲਿਮਿਟੇਸ਼ਨ ਨਹੀਂ ਹੈ। ਜਦੋਂ ਵੀ ਇਹ ਕਿਸੇ ਆਦਮੀ ਦੇ ਖਿਲਾਫ ਕੋਈ ਗਵਾਹੀ ਜਿਹੜੀ ਨਿਕਲਦੀ ਹੈ, ਸਾਹਮਣੇ ਆਉਂਦੀ ਹੈ, ਤਾਂ ਉਸ ਨੂੰ ਜਿਹੜਾ ਵਾ ਉਸ ਕੇਸ ਦੇ ਵਿੱਚ ਟਰਾਈ ਕੀਤਾ ਜਾ ਸਕਦਾ, ਉਹਦੇ ਤੇ ਕੇਸ ਚੱਲ ਸਕਦਾ ਤੇ ਉਹਦੇ ਤੇ ਸਜ਼ਾ ਹੋ ਸਕਦੀ ਹੈ। ਸਿਰਫ ਦੇਰੀ ਕੋਈ ਆਪਣੇ ਆਪ ਦੇ ਵਿੱਚ ਮੋਸਟ ਇੰਪੋਰਟੈਂਟ ਥਿੰਗ ਨਹੀਂ ਹੈ। ਜਦੋਂ ਬਾਕੀ ਸਾਰੀਆਂ ਗਵਾਹੀਆਂ ਹੋਣ, ਇਹ ਇੱਕ ਗਵਾਹੀ ਜਿਹੜੀ ਇਹਦੇ ਵਿੱਚ ਬਹੁਤ ਸੋਲਿਡ ਗਵਾਹੀ ਉਹਨਾਂ ਆਫੀਸਰਸ ਦੀ, ਪੁਲਿਸ ਆਫੀਸਰ ਦੀ, ਜਿਹੜੇ ਇੰਸਪੈਕਟਰ ਸੀ ਉਸ ਵੇਲੇ ਇਹਦੇ ਥੱਲੇ ਸੀ, ਉਹਨਾਂ ਦੀ ਗਵਾਹੀ ਬਿਲਕੁਲ ਕੋਰਟ ਦੇ ਸਾਹਮਣੇ ਹੈ, ਜਿਨ੍ਹਾਂ ਸਾਰਾ ਕੁਝ ਜਿਹੜੀ ਤਾਇਦ ਕੀਤੀ ਹੈ। ਪਰ ਇਹਦੇ ਬਾਵਜੂਦ ਵੀ ਦੇਖੋ ਉਹਨੂੰ ਕਦੇ ਜਿਹੜਾ ਵਾ ਉਹ ਫੜਿਆ ਨਹੀਂ ਜਾ ਸਕਦਾ। ਹਾਂਜੀ ਹਾਂਜੀ ਜੰਮੂ ਜੀ, ਐਡਵੋਕੇਟ ਜਿਹੜੀ ਹੈ ਜੀ.ਕੇ. ਮਾਨ, ਉਹ ਉਸ ਸਮੇਂ ਥਾਣੇ ਸੀਗੀ, ਉਹਦੀ ਗਵਾਹੀ ਕਿਸੇ ਨਾਲੋਂ ਵੀ ਇੰਪੋਰਟੈਂਟ ਹੈ। ਤੁਹਾਡੇ ਹਾਈ ਕੋਰਟ ਦੇ ਵਿੱਚ ਬਿਲਕੁਲ ਠੀਕ ਹੈ, ਕੰਮ ਉਹ ਖੁਦ ਟੌਰਚਰ ਕੀਤਾ ਗਿਆ, ਉਸ ਨੂੰ ਵੀ ਜਿਹਨੇ ਖੁਦ ਮਤਲਬ ਸੈਣੀ ਦੇ ਜਿਹੜੇ ਤਸੀਹੇ ਚੱਲੇ, ਮਤਲਬ ਉਹਦੇ ਹਸਬੈਂਡ ਨੂੰ ਬਿਨਾਂ ਹੀ ਮਤਲਬ ਕਿਸੇ ਕੇਸ ਤੋਂ ਮਤਲਬ ਕਿੰਨਾ ਸਮਾਂ ਜੇਲ੍ਹ ਦੇ ਵਿੱਚ ਰਹਿਣਾ ਪਿਆ। ਇਹ ਕਹਿਤਾ ਵੀ ਇਹ ਨਜ਼ਰ ਆਇਆ ਤੇ ਇਹ ਨਹੀਂ ਰਹੇਗਾ। ਮਤਲਬ ਇਹ ਸਾਰਾ ਕੁਝ ਜਿਹੜਾ ਇੱਕ ਨਹੀਂ, ਕਈ ਹੋਰ ਗਵਾਹ ਬਾਅਦ ਚ ਵੀ ਆਏ। ਮਤਲਬ ਉਹਦੇ ਵਿੱਚ ਉਸ ਕੇਸ ਦੇ ਵਿੱਚ, ਮਲਤਾਨੀ ਕੇਸ ਦੇ ਵਿੱਚ ਪੁਲਿਸ ਕੋਲ ਐਡਾ ਵੱਡਾ ਐਵੀਡੈਂਸ ਹੈ ਜਿਹਨੂੰ ਮਤਲਬ ਸਾਰੇ ਨੂੰ ਝੁਠਲਾਉਣ ਦੇ ਪਾਸੇ ਵੱਲ ਨੂੰ ਤੁਰਿਆ ਜਾ ਰਿਹਾ। ਜੇ ਬੇਲ ਮਿਲਦੀ ਹੈ ਜਾਂ ਪਰਮਾਨੈਂਟ ਕੁਝ ਵੀ ਹੁੰਦਾ ਤਾਂ ਮਾਮਲਾ ਇਹ ਹੋਏਗਾ ਵੀ ਜਿਹੜਾ ਮਤਲਬ ਸੱਚਾਈ ਦੇਖ ਕੇ ਵੀ ਉਹਨੂੰ ਅਨਡੈਟ ਕਰਨ ਵਾਲੇ ਪਾਸੇ ਵੱਲ ਨੂੰ ਤੁਰਨ ਦਾ ਮਾਮਲਾ ਜਿਹੜਾ ਬਣ ਰਿਹਾ। ਜਿਹਦੇ ਨਾਲ ਬਾਅਦ ਜੀ ਫਿਰ ਨਿਆਂ ਪ੍ਰਣਾਲੀ ਤੇ ਵੀ ਮੈਂ ਇਹਦੇ ਨਾਲ ਹੀ ਐਡ ਕਰ ਦਵਾਂ ਇੱਕ ਗੱਲ ਹੋਰ। ਇਹ ਸਿਰਫ ਕੱਲਾ ਕੇਸ ਨਹੀਂਗਾ, ਉਹਦੇ ਖਿਲਾਫ ਜਿਹੜੇ ਆ 3 ਬੰਦੇ ਉਹਦੇ ਲਾਪਤਾ ਹੋਏ, ਜਿਹਦੇ ਚ ਉਹਦੇ ਕਲੋਜ਼ ਰਿਲੇਟਿਵ ਸੀ, ਵਿਨੋਦ ਐਕਸੈਟਰਾ, ਜਿਨ੍ਹਾਂ ਚ 2 ਬੰਦੇ ਲੁਧਿਆਣੇ ਵਾਲੇ ਹਾਈ ਕੋਰਟ ਦੇ ਕੰਪਲੈਕਸ ਦੇ ਵਿੱਚੋਂ ਚੁੱਕਿਆ ਗਿਆ। ਹਾਈ ਕੋਰਟ ਦਾ ਜਿਹੜਾ ਜੱਜ ਰਿਹਾ ਵਾ ਉਹ ਉਸ ਵੇਲੇ ਉਹਨਾਂ ਦਾ ਵਕੀਲ ਸੀ, ਉਹਦੀ ਗਵਾਹੀ ਵੀ ਹੋਈ। ਔਰ ਉਹਦੇ ਵਿੱਚ ਇੱਕ 90 ਸਾਲ ਦੀ ਔਰਤ ਸੀ ਜਿਹੜੀ ਮਾਂ ਸੀ ਉਹਨਾਂ ਦੀ, ਉਹਨੇ ਬਾਰ-ਬਾਰ ਜਾ ਕੇ ਦਿੱਲੀ ਦੇ ਵਿੱਚ ਕੇਸ ਉਹ ਟ੍ਰਾਂਸਫਰ ਹੋ ਗਿਆ ਕਿ ਮੇਰੀ ਗਵਾਹੀ ਲੈ ਲਓ, ਮੇਰਾ ਪਤਾ ਨਹੀਂਗਾ ਕਿਹੜੇ ਵੇਲੇ ਮਰ ਜਾਣਾ। ਔਰ ਬੜਾ ਔਖਾ ਹੋ ਕੇ ਉਸ ਨੇ ਆਪਦੀ ਗਵਾਹੀ ਜਿਹੜੀ ਉੱਥੇ ਜਾ ਕੇ ਦਿੱਤੀ। 25 ਸਾਲ ਦੇ ਕਰੀਬ ਉਸ ਚੀਜ਼ ਨੂੰ ਹੋ ਗਿਆ, ਅਜੇ ਤੱਕ ਉਹ ਕੇਸ ਜਿਹੜਾ ਚੱਲ ਰਿਹਾ ਔਰ ਨੋਬਡੀ ਨੋਜ਼ ਕਿ ਇਹਦਾ ਕਦੋਂ ਫੈਸਲਾ। ਬਾਟ ਸਾਹਿਬ ਇਹਦੇ ਨਾਲ ਹੀ 2 ਗੱਲਾਂ ਹੋਰ ਹੈ। ਜਸਟਿਸ ਵੀਕੇ ਝਾਂਜੀ ਦਾ ਮਾਮਲਾ, ਦੂਜਾ ਫੋਨ ਟੈਪਿੰਗ ਦਾ ਮਾਮਲਾ। ਇਹ ਦੋਨਾਂ ਦੇ ਵਿੱਚ ਸੈਣੀ ਦੇ ਖਿਲਾਫ ਜਿਹੜੇ ਜਸਟਿਸ ਸੀਗੇ, ਜਿਹੜੇ ਬਾਅਦ ਚ ਚੀਫ ਜਸਟਿਸ ਬਣੇ ਤੀਰਥ ਸਿੰਘ ਠਾਕਰ, ਉਹਨਾਂ ਦੀ ਆਪਣੀਆਂ ਫੈਸਲੇ ਨੇ। ਮਤਲਬ ਏਡੇ ਵੱਡੇ ਐਵੀਡੈਂਸ ਨੇ, ਮਤਲਬ ਜਿਨ੍ਹਾਂ ਨੂੰ ਸਾਰਾ ਕੁਝ ਜਿਹੜੇ ਅਦਾਲਤ ਨਾਲ ਖੁਦ ਜੁੜੇ ਹੋਏ ਆ, ਉਹਨਾਂ ਸਾਰਿਆਂ ਨੂੰ ਇਗਨੋਰ ਉਹਦੇ ਵਿੱਚ ਝਾਂਜੀ ਸਾਹਿਬ ਨੇ ਆਪਣੀ ਜੱਜਮੈਂਟ ਦੇ ਵਿੱਚ ਜਿਹੜਾ ਫੈਸਲਾ ਉਹਦੇ ਵਿੱਚ ਲਿਖਿਆ ਕਿ ਮੈਂ ਕੋਰਟ ਦੇ ਵਿੱਚ ਮੌਜੂਦ ਸੀ, ਇੱਕ ਨੰਬਰ ਆਫ ਜਿਹੜੇ ਆ ਉਹ ਨਿਹੰਗ ਬਾਣੇ ਦੇ ਵਿੱਚ ਜਿਹੜੀ ਮੇਰੇ ਕੋਰਟ ਦੇ ਵਿੱਚ ਆ ਕੇ ਜ਼ਬਰਦਸਤੀ ਵੜ ਕੇ ਮੈਨੂੰ ਧਮਕੀਆਂ ਦਿੱਤੀਆਂ, ਮੇਰੀ ਸਾਰਾ ਕੋਰਟ ਦਾ ਜਿਹੜਾ ਸਤਿਆਨਾਸ਼ ਕੀਤਾ, ਮੈਨੂੰ ਕੰਮ ਨਹੀਂ ਕਰਨ ਦਿੱਤਾ ਔਰ ਕਿਹਾ ਕਿ ਜੇ ਤੂੰ ਫੈਸਲਾ ਕਰੇਗਾ ਤਾਂ ਅਸੀਂ ਤੈਨੂੰ ਵੇਖਾਂਗੇ। ਇਹ ਰਿਟਨ ਫਾਰਮ ਦੇ ਵਿੱਚ ਜੇ, ਪਰ ਇਹਦੇ ਬਾਵਜੂਦ ਵੀ ਇਹ ਨਿਆਂਪਾਲਕਾਂ ਨੇ ਉਸ ਤੇ ਕੋਈ ਜਿਹੜਾ ਵਾ ਉਹ ਐਕਸ਼ਨ ਨਹੀਂ ਹੋਇਆ। ਜੇ ਜੱਜ ਦਾ ਇਹ ਮਾਮਲਾ ਵਾ, ਤੁਸੀਂ ਵੇਖੋ ਜੱਜ ਦੇ ਨਾਲ ਇਹ ਹੋ ਸਕਦਾ ਵਾ, ਹਾਈ ਕੋਰਟ ਦੇ ਜੱਜ ਦੇ ਨਾਲ, ਜਿਹੜੀ ਕਨਸਟੀਟਿਊਸ਼ਨਲ ਕੋਰਟ ਹੈ, ਤਾਂ ਬਾਕੀ ਆਮ ਬੰਦਿਆਂ ਦਾ ਤੇ ਬਾਕੀ ਕਿੰਨੇ ਕੁਝ ਹੋਰ ਹੋਣਗੇ। ਕੀ ਬਾੜ ਜੀ ਇਹ ਸਾਰੀ ਗੱਲ ਦੇ ਵਿੱਚ ਤੇ ਪੀੜਤ ਫਿਰ ਇਨਸਾਫ ਲਈ ਕਿੱਥੇ ਜਾਏਗਾ? ਇਹ ਜੀ ਤੁਹਾਡਾ ਬੜਾ ਅੱਛਾ ਸਵਾਲ ਹੈ। ਇਹਦਾ ਜਵਾਬ ਜਿਹੜਾ ਵਾ ਉਹ ਨਹੀਂ ਲੱਭ ਰਿਹਾ। ਜਵਾਬ ਸਿਰਫ ਇਹਦਾ ਇੱਕ ਹੀ ਹੈ, ਜੇ ਉਹ ਇੰਪਲੀਮੈਂਟ ਹੋਏਗਾ ਕਿ ਭਾਵੇਂ ਕਿੰਨਾ ਵੀ ਜਿਹੜਾ ਆਦਮੀ ਸੱਤਿਆ ਹੋਵੇ ਨਾ, ਉਹਨੂੰ ਇਹ ਹੁੰਦਾ ਕਿ ਮੈਂ ਤੈਨੂੰ ਕੋਰਟ 'ਚ ਦੇਖਾਂਗਾ, ਮੈਂ ਤੈਨੂੰ ਅਦਾਲਤ 'ਚ ਦੇਖਾਂਗਾ। ਲੋਕਾਂ ਦਾ ਜਿਹੜਾ ਭਰੋਸਾ ਪੋਲੀਟੀਸ਼ੀਅਨਾਂ ਤੋਂ ਉੱਠ ਗਿਆ, ਅਫਸਰਸ਼ਾਹੀ ਅਦਾਲਤ ਤੇ ਸੀਗਾ, ਅਦਾਲਤ ਤੋਂ ਉੱਠ ਗਿਆ, ਸਿਰਫ ਅਦਾਲਤ ਤੇ ਸੀ ਵੀ ਜੱਜ ਸਾਹਿਬ ਮੈਂ ਉੱਥੇ ਜਾਵਾਂਗਾ, ਜੱਜ ਸਾਹਿਬ ਮੇਰੀ ਪੀੜਾ ਨੂੰ ਜਿਹੜੀ ਆ ਉਹ ਜ਼ਰੂਰ ਸੁਣਨਗੇ। ਪਰ ਬਹੁਤ ਸਾਰੇ ਕੇਸ ਜਿਹੜੇ ਇਹੋ ਜਿਹੇ ਆ ਰਹੇ ਜਿਨ੍ਹਾਂ ਦੇ ਵਿੱਚ ਲੱਗ ਰਿਹਾ ਕਿ ਸੁਣਵਾਈ ਉੱਥੇ ਵੀ ਉਸ ਤਰੀਕੇ ਨਾਲ ਜਿਹੜੀ ਆ ਉਹ ਨਹੀਂ ਹੋ ਰਹੀ। ਜੰਮੂ ਜੀ ਦੇ ਬਾਅਦ ਤੁਸੀਂ ਕੀ ਕਹਿਣਾ? ਇਹਦੇ ਚ ਤਾਂ ਇਹੀ ਆ, ਪਾਤਰ ਸਾਹਿਬ ਦੀ ਇੱਕ ਕਵਿਤਾ, ਇਸ ਅਦਾਲਤ ਚ ਬੰਦੇ ਬਿਰਖ ਹੋ ਗਏ, ਫੈਸਲੇ ਸੁਣਦਿਆਂ ਉਹ ਤਾਂ ਹੈ ਕਿ ਨਿਆਂ ਪ੍ਰਣਾਲੀ ਚੱਲਦੀ ਹੋਵੇ ਠੀਕ ਢੰਗ ਨਾਲ, ਫਿਰ ਤਾਂ ਬੰਦੇ ਬੁੱਢੇ ਵੀ ਹੋ ਲੈਂਦੇ ਕਿ ਕੋਈ ਨਹੀਂ 20 ਸਾਲ ਲੜ ਲਾਂਗੇ, 30 ਸਾਲ ਲੜ ਲਾਂਗੇ। ਮਤਲਬ ਇਹ ਹਾਲਤ ਇਸ ਕੇਸ ਦੀ ਹੈ। ਇਹਦੇ ਚ ਕੀ ਹੋਣਾ, ਇਹਦੇ ਚ ਵੀ ਤਾਂ 30 ਸਾਲ ਹੋ ਗਏ ਉਹਨਾਂ ਨੂੰ।
ਨਹੀਂ 30 ਸਾਲ ਤਾਂ ਹੋ ਗਏ ਅੱਗੇ। ਇਹ ਵੀ ਹੈ ਮਤਲਬ ਪਹਿਲਾਂ ਇੱਕ ਰੇ ਆਫ ਹੋਪ ਸੀਗੀ, ਇੱਕ ਲੱਗਦਾ ਸੀਗਾ ਸ਼ਾਇਦ, ਪਰ ਹੁਣ ਉਹ ਵੀ ਜਿਹੜੀ ਆ ਉਹ ਧੁੰਦਲੀ ਪੈਣ ਵੱਲ ਨੂੰ ਗੱਲ ਜਿਹੜੀ ਆ ਤੁਰ ਪਈ ਹੈ ਤੇ ਲੱਗਦਾ ਨਹੀਂ ਕੀ ਹੋਏਗਾ। ਇਹ ਕਹਿਣਾ ਮੁਸ਼ਕਲ ਹੈ ਕਿਉਂਕਿ ਬਾਠ ਸਾਹਿਬ ਦਾ ਪੇਸ਼ਾ ਇਹ ਹੈ, ਉਹ ਸਾਡੇ ਨਾਲੋਂ ਵੱਧ ਇਹਦੇ ਤੇ ਕਹਿ ਸਕਦੇ ਆ। ਉਹਨਾਂ ਨੂੰ ਪਤਾ ਹੈ ਕਿ ਜਿਹੜਾ ਇਹ ਜੱਜਾਂ ਨੇ ਸੁਪਰੀਮ ਕੋਰਟ ਦੇ ਨੇ ਕੁਝ ਹਿੰਟਸ ਦਿੱਤੇ ਆ, ਉਹਦੇ ਤੋਂ ਲੱਗਦਾ ਹੈ ਕਿ ਕਿੱਦਾਂ ਜਮਾਤ ਮਿਲੇਗੀ ਔਰ ਅੱਛੀ ਤਰ੍ਹਾਂ ਨਾਲ ਮਿਲੇਗੀ। ਮੈਂ ਜੰਡੂ ਸਾਹਿਬ ਲਾਸਟ 'ਚ ਗੱਲ ਕਰਨਾ, ਇੱਕ ਕਹਿੰਦੇ ਆ ਕਿ ਜਿਹੜੀ ਅੰਨੀ ਬੋਲੀ ਸੁਰੰਗ ਹੈ ਨਾ, ਉਹਦੇ ਵਿੱਚੋਂ ਇੱਕ ਆਸ ਦੀ ਕਿਰਨ ਜਦੋਂ ਦਿਸਦੀ ਹੈ ਤੇ ਲੱਗਦਾ ਸ਼ਾਇਦ ਕਿਸੇ ਪਾਸੇ ਨਿਕਲੂ, ਪਰ ਮੈਨੂੰ ਲੱਗ ਰਿਹਾ ਕਿ ਉਹ ਸੁਰੰਗ ਦੇ ਵਿੱਚੋਂ ਜਿਹੜਾ ਵਾ ਜਦੋਂ ਆਸ ਦੀ ਕਿਰਨ ਆਉਣੀ ਸੀ ਉਹ ਰਸਤਾ ਹੀ ਜਿਹੜਾ ਵਾ ਬੰਦ ਹੁੰਦਾ ਲੱਗ ਰਿਹਾ, ਤੇ ਆਸ ਦੀ ਕਿਰਨ ਹਾਲ ਦੀ ਘੜੀ ਦੇ ਵਿੱਚ ਕੋਈ ਨਜ਼ਰ ਨਹੀਂ ਲਾ। ਇੱਥੇ ਹੀ ਸਾਡੇ ਹੁਣ ਜਿਹੜਾ ਸ਼ੋਅ ਦਾ ਸਮਾਂ ਵੀ ਸਮਾਪਤ ਹੋ ਰਿਹਾ, ਪਰ ਅਸੀਂ ਦੇਖਦੇ ਹਾਂ ਕਿ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਰਾਖਵਾਂ ਰੱਖਿਆ ਸੁਪਰੀਮ ਕੋਰਟ ਨੇ ਫੈਸਲਾ, ਜਿਸ ਤਰ੍ਹਾਂ ਬਾਠ ਸਾਹਿਬ ਨੇ ਜਿਹੜੇ ਕਾਨੂੰਨੀ ਜਿਹੜੀ ਭਾਸ਼ਾ ਦੇ ਵਿੱਚ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਹੈ ਕਿ ਜਦੋਂ ਬੋਲਦੇ ਆ ਬੈਂਚ ਦੇ ਜੱਜ ਬੋਲਦੇ ਆ ਤਾਂ ਉਹਦੇ ਵਿੱਚ ਕੁਝ ਨਾ ਕੁਝ ਜ਼ਰੂਰ ਸੰਕੇਤ ਮਿਲਣੇ ਸ਼ੁਰੂ ਹੋ ਜਾਂਦੇ ਆ। ਉਹਦੇ ਆਧਾਰ ਤੇ ਬਾਠ ਜੀ ਨੇ ਇਹ ਗੱਲ ਤਾਂ ਕਹੀ ਹੈ, ਪਰ ਅਸੀਂ ਦੇਖਦੇ ਹਾਂ ਕਿ ਸੁਪਰੀਮ ਕੋਰਟ ਨੇ ਹੁਣ ਜਿਹੜਾ ਫੈਸਲਾ ਰਾਖਵਾਂ ਰੱਖਿਆ, ਉਹ ਜਿਸ ਦਿਨ ਫੈਸਲਾ ਸੁਣਾਉਣਗੇ ਉਹਦੇ ਵਿੱਚ ਕੀ ਸਾਹਮਣੇ ਆਉਂਦਾ, ਪਰ ਜ਼ਿਆਦਾ ਸੰਭਾਵਨਾ ਇਹੀ ਹੈ ਜੋ 99.9% ਜਿਹੜੀ ਆ ਉਹ ਹੈ ਕਿ ਉਹਨੂੰ ਜਮਾਤ ਮਿਲੇਗੀ, ਬੜੇ ਵਧੀਆ ਆਰਡਰ ਦੇ ਨਾਲ ਮਿਲੇਗੀ। ਇੱਥੇ ਹੀ ਅਸੀਂ ਹੁਣ ਤੁਹਾਡੇ ਤੋਂ ਆਗਿਆ ਲੈਂਦੇ ਹਾਂ। ਤੁਹਾਡਾ ਇਸ ਸ਼ੋਅ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ। ਸਾਡੇ ਬਾਕੀ ਵੀ ਜਿਹੜੇ ਪ੍ਰੋਗਰਾਮ ਹੈ ਤੁਸੀਂ ਉਹਨਾਂ ਨਾਲ ਵੀ ਇਸ ਤਰ੍ਹਾਂ ਹੀ ਜੁੜੇ ਰਹੋ।